ਵਾਹਿਗੁਰੂ ਵਾਹਿਗੁਰੂ। सतगुर नानक परगटया मिट धुंध जग चानन होआ ज्यों कर सूरज निकलया तारे छपे अंधेर पलोआ तारे छपे अंधेर पलोआ सतगुर नानक परगटया। बगदाद के एक राज्य में पीर दस्तगीर का महल था। दस्तगीर अक्सर अपने में ही मगन रहते थे। ऐसा लगता था मानो वो किसी गहरी सोच में हो। एक दिन उनकी बेगम ने कहा, सुनिए सुनिए ना। हाँ हाँ हाँ, क्या बात है? किन विचारों में हो? भोजन कर लीजिए। यूं ही चलता रहा। क्या बात है, आप इतने खोए खोए क्यों रहते हो? इस तरह से तो आपकी तबीयत खराब हो जाएगी। क्या बताऊं बेगम, कुछ अनसुनी पहेलियों को सुलझाता रहता हूँ। पता नहीं सुलझेंगी भी या नहीं, या मेरे साथ ही मरने पर ही जाएंगी। या अल्लाह, ऐसे क्यों बोलते हो? मक्का मदीना की यात्रा के पश्चात गुरुजी बगदाद में पहुँचे। सुबह सुबह का वक्त था। सुहानी हवाएं चल रही थी। भाई मर्दाना और गुरुजी एक पेड़ के नीचे बैठ गए और ਬਗਦਾਦ ਯਾਤਰਾ। ਆਪਣੀ ਤੀਜੀ ਉਦਾਸੀ ਸਮੇਂ ਗੁਰੂ ਨਾਨਕ ਦੇਵ ਜੀ ਬਗਦਾਦ ਗਏ। ਜਦੋਂ ਉਹਨਾਂ ਨੇ ਬਗਦਾਦ ਵਿੱਚ ਜਾ ਕੇ ਪਰਮਾਤਮਾ ਇੱਕ ਦੀ ਗੱਲ ਕੀਤੀ ਅਤੇ ਵਾਹਿਗੁਰੂ ਮੰਤਰ ਉਚਾਰਿਆ ਤਾਂ ਲੋਕਾਂ ਨੂੰ ਗੁਰੂ ਨਾਨਕ ਦੀ ਇਹ ਗੱਲ ਪਸੰਦ ਨਾ ਆਈ। ਉਹਨਾਂ ਨੂੰ ਇਸ ਵਿੱਚ ਇਸਲਾਮ ਧਰਮ ਦਾ ਨਿਰਾਦਰ ਲੱਗਿਆ। ਲੋਕਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਪੱਥਰ ਮਾਰੇ, ਖੂਹ ਵਿੱਚ ਲਮਕਾਇਆ, ਪਰ ਗੁਰੂ ਨਾਨਕ ਦੇਵ ਜੀ ਇਹਨਾਂ ਮੁਸੀਬਤਾਂ ਵਿੱਚੋਂ ਬਾਹਰ ਆ ਜਾਂਦੇ। ਫਿਰ ਗੁਰੂ ਨਾਨਕ ਦੇਵ ਜੀ ਨੂੰ ਪਕੜ ਕੇ ਪੀਰ ਦਸਤਗੀਰ, ਜੋ ਕਿ ਇੱਕ ਧਾਰਮਿਕ ਅਤੇ ਰਾਜਨੀਤਿਕ ਮੁਖੀ ਸੀ, ਉਸ ਅੱਗੇ ਪੇਸ਼ ਕੀਤਾ ਗਿਆ। ਪੀਰ ਦਸਤਗੀਰ ਨੇ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਕਿ ਮੈਂ ਤੁਹਾਡੇ ਬਾਰੇ ਬਹੁਤ ਸੁਣਿਆ ਹੈ। ਮੇਰੇ ਮਨ ਵਿੱਚ 3 ਸਵਾਲ ਹਨ ਜੋ ਮੇਰੇ ਮਨ ਨੂੰ ਅਕਸਰ ਪਰੇਸ਼ਾਨ ਕਰਦੇ ਹਨ। ਜੇਕਰ ਤੁਸੀਂ ਉਹਨਾਂ 3 ਸਵਾਲਾਂ ਦੇ ਮੈਨੂੰ ਜਵਾਬ ਦੇ ਦੇਵੋ ਜਿਸ ਨਾਲ ਮੇਰੀ ਪੂਰੀ ਤਸੱਲੀ ਹੋ ਜਾਵੇ ਤਾਂ ਮੈਂ ਆਪਣਾ ਸਿਰ ਤੁਹਾਡੇ ਚਰਨਾਂ ਵਿੱਚ ਰੱਖ ਦੇਵਾਂਗਾ। ਜੇਕਰ ਤੁਸੀਂ ਇਹਨਾਂ 3 ਸਵਾਲਾਂ ਦੇ ਜਵਾਬ ਨਾ ਦੇ ਸਕੇ ਤਾਂ ਇਹ ਸਮਝਿਆ ਜਾਵੇਗਾ ਕਿ ਤੁਸੀਂ ਕਾਫਰ ਹੋ, ਜੋ ਸਾਨੂੰ ਸਾਡੇ ਧਰਮ ਤੋਂ ਨੀਚੇ ਗਿਰਾਉਣ ਆਏ ਹੋ। ਫਿਰ ਤੁਹਾਨੂੰ ਇਸ ਦੀ ਸਜ਼ਾ ਮਿਲੇਗੀ। ਤੁਹਾਨੂੰ ਗੋਡਿਆਂ ਤੱਕ ਜ਼ਮੀਨ ਵਿੱਚ ਗੱਡ ਕੇ ਪੱਥਰ ਮਾਰ ਕੇ ਮਾਰ ਦਿੱਤਾ ਜਾਵੇਗਾ। ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਕਿ ਮੈਂ ਘਰ ਤੋਂ ਲੋਕਾਂ ਦੇ ਸਵਾਲਾਂ ਦੇ ਜਵਾਬ ਦੇਣ ਲਈ ਹੀ ਨਿਕਲਿਆ ਹਾਂ। ਤੁਸੀਂ ਆਪਣੇ ਸਵਾਲ ਪੁੱਛੋ। ਦਸਤਗੀਰ ਨੇ ਆਪਣਾ ਪਹਿਲਾ ਸਵਾਲ ਪੁੱਛਿਆ ਕਿ ਉਸ ਇੱਕ ਪਰਮਾਤਮਾ ਤੋਂ ਪਹਿਲਾਂ ਕੌਣ ਸੀ। ਉਸ ਦਾ ਦੂਜਾ ਸਵਾਲ ਸੀ ਕਿ ਪਰਮਾਤਮਾ ਰਹਿੰਦਾ ਕਿੱਥੇ ਹੈ। ਤੀਜਾ ਸਵਾਲ ਸੀ ਕਿ ਪਰਮਾਤਮਾ ਕੁਝ ਕਰਦਾ ਵੀ ਹੈ ਜਾਂ ਵਿਹਲਾ ਹੀ ਰਹਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਫਰਮਾਇਆ ਕਿ ਸਾਡਾ ਜਵਾਬ ਦੇਣ ਦਾ ਆਪਣਾ ਵੱਖਰਾ ਹੀ ਢੰਗ ਹੈ। ਤੇਰਾ ਪਹਿਲਾ ਸਵਾਲ ਸੀ ਕਿ ਉਸ ਇੱਕ ਪਰਮਾਤਮਾ ਤੋਂ ਪਹਿਲਾਂ ਕੀ ਸੀ। ਇਸ ਦਾ ਜਵਾਬ ਮੈਂ ਬਾਅਦ ਵਿੱਚ ਦੇਵਾਂਗਾ। ਪਹਿਲਾਂ ਤੁਸੀਂ ਇੱਕ ਥਾਲੀ ਵਿੱਚ ਮੋਤੀ ਮੰਗਵਾ ਲਓ। ਪੀਰ ਦਸਤਗੀਰ ਨੇ ਸੋਚਿਆ ਕਿ ਇਹ ਤਾਂ ਲਾਲਚੀ ਫਕੀਰ ਹੈ, ਸਵਾਲ ਦਾ ਜਵਾਬ ਦਿੱਤਾ ਨਹੀਂ, ਮਾਇਆ ਬਾਰੇ ਪਹਿਲਾਂ ਸੋਚਣ ਲੱਗ ਗਿਆ। ਉਸਨੇ ਮੋਤੀਆਂ ਦਾ ਥਾਲ ਮੰਗਵਾ ਲਿਆ। ਗੁਰੂ ਸਾਹਿਬ ਨੇ ਕਿਹਾ, ਇਹਨਾਂ ਨੂੰ ਗਿਣੋ, ਉੱਚੀ ਬੋਲ ਕੇ ਗਿਣੋ। ਦਸਤਗੀਰ ਨੇ ਗਿਣਤੀ ਸ਼ੁਰੂ ਕੀਤੀ, 1 2 3 4 5। ਗੁਰੂ ਸਾਹਿਬ ਨੇ ਕਿਹਾ, ਪੀਰ ਜੀ ਗਲਤ ਕਰ ਰਹੇ ਹੋ, ਸਹੀ ਗਿਣਤੀ ਕਰੋ। ਪੀਰ ਨੇ ਦੁਬਾਰਾ ਤੋਂ ਗਿਣਤੀ ਸ਼ੁਰੂ ਕੀਤੀ, 1 2 3 4 5 6 7। ਗੁਰੂ ਨਾਨਕ ਦੇਵ ਜੀ ਨੇ ਫਿਰ ਕਿਹਾ, ਪੀਰ ਜੀ ਸਹੀ ਤਰ੍ਹਾਂ ਗਿਣਤੀ ਕਰੋ। ਪੀਰ ਦਸਤਗੀਰ ਥੋੜ੍ਹਾ ਘਬਰਾ ਗਿਆ, ਕਹਿਣ ਲੱਗਾ ਕਿ ਮੈਂ ਬਿਲਕੁਲ ਸਹੀ ਕਰ ਰਿਹਾ ਹਾਂ, ਗਲਤੀ ਕਿੱਥੇ ਹੈ। ਗੁਰੂ ਜੀ ਨੇ ਕਿਹਾ, ਤੁਹਾਡੀ ਗਿਣਤੀ ਸਹੀ ਨਹੀਂ ਹੈ। ਦਸਤਗੀਰ ਨੇ ਕਿਹਾ, ਜਿੱਥੇ ਗਲਤੀ ਹੈ ਮੈਨੂੰ ਇੱਕਦਮ ਉੱਥੇ ਰੋਕ ਦੇਣਾ। ਗੁਰੂ ਸਾਹਿਬ ਨੇ ਕਿਹਾ, ਠੀਕ ਹੈ, ਤੁਸੀਂ ਗਿਣਤੀ ਸ਼ੁਰੂ ਕਰੋ। ਦਸਤਗੀਰ ਨੇ ਗਿਣਤੀ ਸ਼ੁਰੂ ਕੀਤੀ, 1। ਗੁਰੂ ਜੀ ਨੇ ਇੱਕਦਮ ਕਿਹਾ, ਰੁਕੋ, ਇੱਥੇ ਗਲਤੀ ਹੈ,
ਤੁਸੀਂ ਹਰ ਵਾਰ ਗਿਣਤੀ ਨੂੰ 1 ਤੋਂ ਸ਼ੁਰੂ ਕਰਦੇ ਹੋ। 1 ਤੋਂ ਪਹਿਲਾਂ ਕੀ ਹੈ ਇਹ ਨਹੀਂ ਦੱਸਦੇ। ਪੀਰ ਦਸਤਗੀਰ ਕਹਿਣ ਲੱਗਾ ਕਿ 1 ਤੋਂ ਹੀ ਸਭ ਕੁਝ ਸ਼ੁਰੂ ਹੁੰਦਾ ਹੈ। 1 ਤੋਂ ਪਹਿਲਾਂ ਕੁਝ ਵੀ ਨਹੀਂ ਹੈ। ਤੁਸੀਂ ਕਿਉਂ ਮੈਨੂੰ ਚੱਕਰਾਂ ਦੇ ਵਿੱਚ ਪਾ ਰਹੇ ਹੋ? ਗੁਰੂ ਨਾਨਕ ਦੇਵ ਜੀ ਨੇ ਕਿਹਾ, ਚੱਕਰ ਵਿੱਚ ਮੈਨੂੰ ਤੂੰ ਪਾ ਰਿਹਾ ਹੈ। ਜੇ ਲੱਖਾਂ ਕਰੋੜਾਂ ਦੀ ਗਿਣਤੀ 1 ਤੋਂ ਸ਼ੁਰੂ ਹੁੰਦੀ ਹੈ ਅਤੇ 1 ਤੋਂ ਪਹਿਲਾਂ ਕੁਝ ਵੀ ਨਹੀਂ ਹੈ, ਤਾਂ ਇਹ ਸੰਸਾਰ ਦੀ ਸਾਰੀ ਰਚਨਾ ਵੀ ਉਸ 1 ਤੋਂ ਹੀ ਸ਼ੁਰੂ ਹੁੰਦੀ ਹੈ ਅਤੇ ਉਸ ਇੱਕ ਪਰਮਾਤਮਾ ਤੋਂ ਪਹਿਲਾਂ ਕੁਝ ਵੀ ਨਹੀਂ ਹੈ। ਗੁਰੂ ਨਾਨਕ ਦੇਵ ਜੀ ਦਾ ਸਮਝਾਉਣ ਦਾ ਢੰਗ ਅਤੇ ਗਹਿਰੇ ਪਨ ਤੋਂ ਨਿਕਲੇ ਉਹਨਾਂ ਦੇ ਬੋਲਾਂ ਨੇ ਪੀਰ ਦਸਤਗੀਰ ਨੂੰ ਠੰਡਾ ਕਰ ਦਿੱਤਾ। ਹੁਣ ਉਹ ਆਪਣਾ ਦੂਸਰਾ ਸਵਾਲ ਤਾਂ ਪੁੱਛਦਾ ਹੈ, ਪਰ ਉਤਨੀ ਹਿੰਮਤ ਨਹੀਂ ਹੈ। ਉਹ ਕਹਿੰਦਾ ਹੈ ਕਿ ਇਹ ਦੱਸੋ ਪਰਮਾਤਮਾ ਕਿੱਥੇ ਰਹਿੰਦਾ ਹੈ? ਗੁਰੂ ਨਾਨਕ ਦੇਵ ਜੀ ਨੇ ਕਿਹਾ, ਫਕੀਰ, ਸਾਡੀ ਆਪਣੀ ਮਰਿਆਦਾ ਹੈ ਅਤੇ ਉੱਤਰ ਦੇਣ ਦਾ ਢੰਗ ਵੀ ਆਪਣਾ ਹੈ। ਇਸ ਤਰ੍ਹਾਂ ਕਰੋ, 1 ਕਟੋਰੇ ਵਿੱਚ ਦੁੱਧ ਮੰਗਵਾਓ। ਪੀਰ ਦਸਤਗੀਰ ਨੇ ਸੋਚਿਆ, ਕਈ ਦਿਨਾਂ ਤੋਂ ਬਗਦਾਦ ਆਏ ਹਨ। ਲੋਕਾਂ ਨੇ ਇੱਟਾਂ ਪੱਥਰ ਮਾਰੇ ਹਨ। ਕਿਸੇ ਨੇ ਖਾਣ ਨੂੰ ਕੁਝ ਨਹੀਂ ਦਿੱਤਾ ਹੋਣਾ, ਇਸ ਕਰਕੇ ਦੁੱਧ ਮੰਗਵਾਉਂਦੇ ਹਨ। ਪਹਿਲਾਂ ਪੇਟ ਭਰਨਗੇ, ਫਿਰ ਉੱਤਰ ਦੇਣਗੇ। ਉਸਨੇ 1 ਕਟੋਰਾ ਦੁੱਧ ਲਿਆਉਣ ਲਈ ਕਿਹਾ। ਕਟੋਰਾ ਗੁਰੂ ਨਾਨਕ ਦੇਵ ਜੀ ਅੱਗੇ ਰੱਖਿਆ ਗਿਆ। ਗੁਰੂ ਜੀ ਨੇ ਕਿਹਾ, ਇਸ ਵਿੱਚ ਕੁਝ ਹੈ। ਪੀਰ ਦਸਤਗੀਰ ਨੇ ਦੁੱਧ ਨੂੰ ਦੇਖਿਆ ਅਤੇ ਕਿਹਾ, ਨਹੀਂ ਜੀ, ਦੁੱਧ ਤਾਂ ਠੀਕ ਹੈ, ਇਸ ਵਿੱਚ ਕੁਝ ਨਹੀਂ ਹੈ। ਗੁਰੂ ਜੀ ਨੇ ਕਿਹਾ, ਨਹੀਂ, ਇਸ ਵਿੱਚ ਕੁਝ ਹੈ। ਦਸਤਗੀਰ ਨੇ ਇੱਕ ਹੋਰ ਦੁੱਧ ਦਾ ਕਟੋਰਾ ਮੰਗਵਾਇਆ, ਗੁਰੂ ਜੀ ਦੇ ਅੱਗੇ ਰੱਖ ਦਿੱਤਾ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਇਸ ਵਿੱਚ ਵੀ ਕੁਝ ਹੈ। ਦਸਤਗੀਰ ਨੇ ਕਿਹਾ ਕਿ ਨਹੀਂ ਜੀ, ਇਹ ਤਾਂ ਬਿਲਕੁਲ ਸਾਫ਼ ਸੁਥਰਾ ਹੈ। ਗੁਰੂ ਜੀ ਨੇ ਕਿਹਾ, ਫਕੀਰ ਜੀ, ਧਿਆਨ ਨਾਲ ਦੇਖੋ, ਇਸ ਵਿੱਚ ਕੁਝ ਹੈ। ਤੁਹਾਨੂੰ ਕਿਉਂ ਨਹੀਂ ਨਜ਼ਰ ਆਉਂਦਾ? ਪੀਰ ਦਸਤਗੀਰ ਥੋੜ੍ਹਾ ਗੁੱਸੇ ਵਿੱਚ ਆ ਗਿਆ। ਉਸਨੇ ਆਪਣੇ ਆਦਮੀ ਨੂੰ ਕਿਹਾ ਕਿ 1 ਹੋਰ ਕਟੋਰਾ ਦੁੱਧ ਲੈ ਕੇ ਆਵੋ। ਉਸਨੂੰ ਇਸ ਫੱਕਰ ਦੇ ਸਾਹਮਣੇ ਕੱਪੜੇ ਨਾਲ ਪੁਣੋ। ਇਸ ਤਰ੍ਹਾਂ ਹੀ ਕੀਤਾ ਗਿਆ। ਜਦੋਂ ਕਟੋਰਾ ਗੁਰੂ ਨਾਨਕ ਦੇਵ ਜੀ ਦੇ ਅੱਗੇ ਰੱਖਿਆ ਗਿਆ, ਗੁਰੂ ਜੀ ਨੇ ਕਿਹਾ, ਪੀਰ ਜੀ, ਇਸ ਵਿੱਚ ਕੁਝ ਹੈ। ਪੀਰ ਦਸਤਗੀਰ ਨੇ ਪਰੇਸ਼ਾਨ ਹੁੰਦੇ ਹੋਏ ਕਿਹਾ, ਸਾਨੂੰ ਤਾਂ ਕੁਝ ਨਹੀਂ ਨਜ਼ਰ ਆਉਂਦਾ, ਤੁਸੀਂ ਹੀ ਦੱਸੋ ਇਸ ਵਿੱਚ ਕੀ ਹੈ? ਗੁਰੂ ਨਾਨਕ ਦੇਵ ਜੀ ਨੇ ਕਿਹਾ, ਪੀਰ ਜੀ, ਧਿਆਨ ਨਾਲ ਦੇਖੋ, ਜਿੰਨਾ ਵੀ ਦੁੱਧ ਤੁਸੀਂ ਮੰਗਵਾਇਆ ਹੈ, ਉਸ ਵਿੱਚ ਇਕੱਲਾ ਦੁੱਧ ਨਹੀਂ ਹੈ, ਮੱਖਣ ਵੀ ਹੈ, ਸਿਰਫ ਨਜ਼ਰ ਨਹੀਂ ਆਉਂਦਾ। ਬਿਲਕੁਲ ਇਸ ਤਰ੍ਹਾਂ ਹੀ ਪਰਮਾਤਮਾ ਹੈ। ਉਹ ਸੰਸਾਰ ਦੇ ਹਰ ਜੀਵ ਚੇਤਨ ਵਿੱਚ ਮੌਜੂਦ ਹੈ, ਪਰ ਨਜ਼ਰ ਨਹੀਂ ਆਉਂਦਾ। ਜਿਸ ਤਰ੍ਹਾਂ ਦੁੱਧ ਤੋਂ ਮੱਖਣ ਕੱਢਣ ਲਈ ਉਸ ਨੂੰ ਰਿੜਕਣਾ ਪੈਂਦਾ ਹੈ, ਇਸੇ ਤਰ੍ਹਾਂ ਪਰਮਾਤਮਾ ਨੂੰ ਦੇਖਣ ਲਈ ਮਨ ਨੂੰ ਸ਼ਬਦ ਨਾਲ ਰਿੜਕਣਾ ਪੈਂਦਾ ਹੈ। ਪੀਰ ਦਸਤਗੀਰ ਬਿਲਕੁਲ ਸ਼ਾਂਤ ਹੋ ਗਿਆ। ਉਸ ਨੂੰ ਕਿਹਾ, ਹੇ ਗੁਰੂ ਨਾਨਕ, ਹੁਣ ਮੇਰੇ ਤੀਜੇ ਸਵਾਲ ਦਾ ਜਵਾਬ ਵੀ ਤੁਸੀਂ ਦੇ ਹੀ ਦੇਵੋ ਕਿ ਪਰਮਾਤਮਾ ਕੁਝ ਕਰਦਾ ਵੀ ਹੈ ਜਾਂ ਵਿਹਲਾ ਹੀ ਰਹਿੰਦਾ ਹੈ। ਗੁਰੂ ਨਾਨਕ ਦੇਵ ਜੀ ਨੇ ਕਿਹਾ, ਪੀਰ ਜੀ, ਜਿਸ ਤੋਂ ਆਪਾਂ ਸਵਾਲ ਪੁੱਛਦੇ ਹਾਂ ਉਹ ਗੁਰੂ ਮੁਰਸ਼ਦ ਹੁੰਦਾ ਹੈ, ਪੁੱਛਣ ਵਾਲਾ ਚੇਲਾ ਮੁਰੀਦ ਹੁੰਦਾ ਹੈ। ਤੁਸੀਂ ਉੱਚੀ ਥਾਂ 'ਤੇ ਬੈਠ ਕੇ ਸਵਾਲ ਪੁੱਛਦੇ ਹੋ ਅਤੇ ਮੈਂ ਕੈਦੀਆਂ ਵਾਂਗ ਨੀਚੇ ਖੜਾ ਹਾਂ। ਕੀ ਧਰਮ ਦੇ ਹਿਸਾਬ ਨਾਲ ਇਹ ਸਹੀ ਹੈ? ਜਦਕਿ ਗੁਰੂ ਮੈਂ ਹਾਂ ਅਤੇ ਤੁਸੀਂ ਮੁਰਸ਼ਦ ਹੋ। ਦਸਤਗੀਰ ਧਾਰਮਿਕ ਸੂਝ-ਬੂਝ ਵਾਲਾ ਸੀ। ਉਹ ਤਖਤ ਛੱਡ ਕੇ ਨੀਚੇ ਆ ਗਿਆ ਅਤੇ ਗੁਰੂ ਜੀ ਨੂੰ ਤਖਤ ਉੱਤੇ ਬਿਠਾ ਦਿੱਤਾ। ਤਖਤ 'ਤੇ ਬੈਠਣ ਤੋਂ ਬਾਅਦ ਗੁਰੂ ਜੀ ਨੇ ਕਿਹਾ, ਤੇਰਾ ਤੀਜਾ ਸਵਾਲ ਕੀ ਸੀ? ਪਰਮਾਤਮਾ ਕੀ ਕਰਦਾ ਹੈ? ਪਰਮਾਤਮਾ ਇੱਕ ਪਲ ਵਿੱਚ ਰਾਜੇ ਨੂੰ ਭਿਖਾਰੀ ਅਤੇ ਭਿਖਾਰੀ ਨੂੰ ਰਾਜਾ ਬਣਾ ਸਕਦਾ ਹੈ। ਤੂੰ ਖੁਦ ਹੀ ਦੇਖ ਲੈ, ਕੁਝ ਮਿੰਟ ਪਹਿਲਾਂ ਤੂੰ ਧਾਰਮਿਕ ਮੁਖੀ ਬਣ ਕੇ ਗੱਦੀ 'ਤੇ ਬੈਠ ਕੇ ਮੇਰੇ ਤੋਂ ਸਵਾਲ ਪੁੱਛ ਰਿਹਾ ਸੀ ਅਤੇ ਮੈਂ ਮੁਜਰਮ ਬਣ ਕੇ ਉਹਨਾਂ ਦੇ ਜਵਾਬ ਦੇ ਰਿਹਾ ਸੀ। ਹੁਣ ਦੇਖ ਲਵੋ, ਮੈਂ ਗੱਦੀ 'ਤੇ ਬੈਠਾ ਹਾਂ ਅਤੇ ਤੁਸੀਂ ਮੇਰੀ ਜਗ੍ਹਾ 'ਤੇ ਖੜੇ ਹੋ। ਪੀਰ ਜੀ, ਬਸ ਇਹੀ ਪਰਮਾਤਮਾ ਦਾ ਕੰਮ ਹੈ। ਪੀਰ ਦਸਤਗੀਰ ਤਿੰਨੇ ਉੱਤਰ ਸੁਣ ਕੇ ਗਦ-ਗਦ ਹੋ ਉੱਠਿਆ। ਉਹ ਗੁਰੂ ਨਾਨਕ ਦੇਵ ਜੀ ਦੇ ਚਰਨਾਂ 'ਤੇ ਡਿੱਗ ਪਿਆ। ਉਸਨੇ ਬਗਦਾਦ ਵਿੱਚ ਹੋਈ ਹਰ ਗੱਲ ਲਈ ਗੁਰੂ ਨਾਨਕ ਦੇਵ ਜੀ ਤੋਂ ਵਾਰ-ਵਾਰ ਮਾफ़ੀ ਮੰਗੀ। ਉਸਨੇ ਗੁਰੂ ਜੀ ਨੂੰ ਬਗਦਾਦ ਵਿੱਚ ਹੋਰ ਸਮਾਂ ਗੁਜ਼ਾਰਨ ਲਈ ਵੀ ਅਰਜ਼ ਕੀਤੀ। ਬਗਦਾਦ ਦੇ ਲੋਕਾਂ ਵਿੱਚ ਇਹ ਗੱਲ ਫੈਲ ਗਈ ਕਿ ਹਿੰਦ ਤੋਂ ਆਇਆ ਫ਼ਕਰ ਨਾਨਕ ਅੱਲਾ ਦੀ ਕੋਈ ਬਖਸ਼ੀ ਰੂਹ ਹੈ।